Welcome back to News TV 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਾਂਗੇ ਮੀਡੀਆ ਪਰਸਨੈਲਿਟੀ ਫਰਮ ਸਿਆਟਲ ਸਰਦਾਰ ਸਤਪਾਲ ਸਿੰਘ ਪੁਰੇਵਾਲ ਜੀ ਨਾਲ ਜਿਹੜੇ ਕਿ ਇਸ ਵੇਲੇ ਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੇ ਵੱਲੋਂ TV 84 ਦੇ ਵੀ ਸਾਰੇ ਸਰੋਤਿਆਂ ਨੂੰ ਫਤਿਹ ਅਰਜ਼ ਹੈ। ਆਸ ਕਰਦਾ ਪ੍ਰਵਾਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। ਜੀ ਵੀਰ ਜੀ, ਤੇ ਵੀਰ ਜੀ ਅਸੀਂ ਪਿਛਲੇ ਕੁਝ ਦਿਨਾਂ ਤੋਂ ਸਰਬੱਤ ਖਾਲਸਾ ਤੇ ਫੋਕਸ ਕੀਤਾ ਹੋਇਆ। ਇਸ ਸੰਬੰਧੀ ਅਸੀਂ ਬਹੁਤ ਸਾਰੀਆਂ ਡਿਫਰੈਂਟ ਪਰਸਨੈਲਿਟੀਜ਼ ਨਾਲ ਗੱਲਬਾਤ ਕੀਤੀ ਸੀ। ਅਸੀਂ ਤੁਹਾਡੇ ਵੀ ਵਿਚਾਰ ਲੈਣੇ ਚਾਹਾਂਗੇ। ਜਿਸ ਤਰ੍ਹਾਂ ਜੋ ਪੰਜਾਬ ਦੇ ਵਿੱਚ ਵਾਪਰਿਆ ਹੈ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਬਾਦਲ ਨੇ ਆਪਣੀ ਜ਼ਬਰ ਤੇ ਜ਼ੁਲਮ ਦੀ ਹਨੇਰੀ ਚਲਾਈ ਹੈ। ਗੁਰੂ ਗ੍ਰੰਥ ਸਾਹਿਬ ਜੀ ਤੋਂ ਸਭ ਕੁਝ ਸ਼ੁਰੂ ਹੋਇਆ ਸੀਗਾ ਤੇ ਕਿਸ ਤਰ੍ਹਾਂ ਸਿੱਖਾਂ ਤੇ ਹੀ ਇਲਜ਼ਾਮ ਲਗਾਏ ਗਏ, ਸਿੱਖਾਂ ਤੇ ਹੀ ਗੋਲੀਆਂ ਚਲਾਈਆਂ ਗਈਆਂ, ਸਿੱਖਾਂ ਤੇ ਹੀ ਸਭ ਕੁਝ ਹੋਇਆ। ਪਰ ਧਾਰਮਿਕ ਤੇ ਸਿਆਸੀ ਹੱਕਾਂ ਦੀ ਅਸੀਂ ਗੱਲਬਾਤ ਕਰਨ ਲਈ ਸਰਬੱਤ ਖਾਲਸਾ ਬੁਲਾਇਆ ਗਿਆ। ਸਾਡੇ ਹੀ ਵੀਰਾਂ ਦੇ ਉੱਪਰ ਝੂਠੇ ਕੇਸਿਸ ਪਾਏ ਗਏ। ਪਰ ਇਹ ਗੱਲ ਤੇ ਇੱਕ ਪਾਸੇ ਰਹੀ ਹੈ। ਪਰ ਜਿਸ ਤਰ੍ਹਾਂ ਸਰਬੱਤ ਖਾਲਸਾ ਨੂੰ ਕਾਫੀ ਸਾਰੇ ਜਿਹੜੇ ਸਿੱਖ ਵੀਰ ਸਪੋਰਟ ਕਰਦੇ ਸੀਗੇ, ਜਿਹੜਾ ਸਪੋਰਟ ਕਰਦੀਆਂ ਪਰਸਨੈਲਿਟੀਆਂ ਸੀਗੀਆਂ, ਉਹਨਾਂ ਬਾਰੇ ਤੇ ਫੇਸਬੁੱਕ ਦੇ ਉੱਪਰ ਤੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਗਲਤ ਗੱਲਾਂ ਲਿਖੀਆਂ ਜਾ ਰਹੀਆਂ ਨੇ। ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਭੈਣ ਜੀ, ਜਦੋਂ ਤੋਂ ਇਹ ਪ੍ਰੋਗਰਾਮ ਹੋਇਆ ਮੈਂ ਨਾ ਇਹ ਹੁਣ ਤੋਂ ਵੈਸੇ ਪਹਿਲੋਂ ਵੀ ਆਪਣਾ ਐਨਾਲਿਸਿਸ ਲਿਖ ਦਿੱਤਾ ਸੀ। 27 ਅਕਤੂਬਰ ਨੂੰ ਮੇਰੀ ਸਾਈਟ ਤੇ ਪਿਆ ਹੋਇਆ ਜੀ। ਜਿਸ ਦਿਨ ਇਹਦੀ ਅਨਾਉਂਸਮੈਂਟ ਹੀ ਹੋਈ ਹੈ ਨਾ, ਇਹਨੂੰ ਸਾਨੂੰ ਜਿਹੜੀ ਪਹਿਲੀ ਸ਼ੁਰੂਆਤ ਮੈਂ ਇਸ ਢੰਗ ਨਾਲ ਦੀ ਸਮਝਣਾ ਵੀ ਸਾਨੂੰ ਲੈਣੀ ਚਾਹੀਦੀ ਹੈ ਜੀ ਕਿ ਪਹਿਲੋਂ ਤਾਂ ਉਹ ਬੰਦੇ ਜਿਨ੍ਹਾਂ ਨੇ ਬਿਨਾਂ ਸਲਾਹ ਕੀਤੇ ਹੀ ਇਹਦਾ ਐਲਾਨ ਕਰ ਦਿੱਤਾ, ਬਿਨਾਂ ਸਲਾਹ ਬਿਨਾਂ ਕਿਸੇ ਪੁੱਛਗਿੱਛ ਤੋਂ, ਜਦੋਂ ਹਾਲਾਂਕਿ ਇਹਨਾਂ ਦੀ ਇੱਕ ਕਮੇਟੀ ਬਣ ਗਈ ਸੀ ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ ਤੇ ਸਾਰਿਆਂ ਨੇ ਇਕੱਠਿਆਂ ਬਹਿ ਕੇ ਗੱਲ ਕਰਨੀ ਹੈ ਜੀ। ਤੇ ਫਿਰ ਉਦੋਂ ਬਾਅਦ ਦੂਸਰਾ ਸਟੈਪ ਸੀਗਾ ਕਿ ਉਹ ਮਤੇ ਲਿਖਣ ਵਾਲੇ ਕੌਣ ਸਨ। ਹਾਂਜੀ। ਤੇ ਫਿਰ ਤੀਸਰਾ, ਜਿਹੜੇ ਲੋਕ ਇੰਨੀ ਵੱਡੀ ਗਿਣਤੀ 'ਚ ਲੱਖਾਂ ਦੀ ਗਿਣਤੀ 'ਚ ਆਏ, ਉਹਨਾਂ ਦੀ ਆਵਾਜ਼ ਸੁਣੀ ਨਹੀਂ ਗਈ ਪ੍ਰੋਪਰ, ਉਹਨਾਂ ਦਾ ਜਿਹੜੀ ਸੈਟਿਸਫੈਕਸ਼ਨ ਨਹੀਂ ਹੋ ਸਕੀ। ਹਾਂ, ਇਹ ਗੱਲ ਤੋਂ ਸਾਰਿਆਂ ਨੇ ਖੁਸ਼ੀ ਜ਼ਾਹਰ ਕੀਤੀ ਹੈ। ਜਿੰਨੀ ਵੀ ਐਨਾਲਿਸਿਸ ਉਹਦੇ ਹੋਏ ਨੇ ਉਸ ਤੋਂ ਸਾਰਿਆਂ ਨੇ ਖੁਸ਼ੀ ਜ਼ਾਹਰ ਕੀਤੀ ਹੈ ਜੀ ਵੀ ਇਕੱਠ ਬਹੁਤ ਜ਼ਿਆਦਾ, ਕੌਮ ਜਿਹੜੀ ਅਸੀਂ ਹੌਸਲਾ ਛੱਡੀ ਬੈਠੇ ਹਾਂ ਵੀ ਖਤਮ ਹੈ ਕੰਮ, ਹੁਣ ਕਰ ਦਿੱਤਾ ਨਸ਼ਿਆਂ 'ਚ ਰੱਖ ਕੇ, ਪਰ ਉਹਨਾਂ ਨੇ ਇੱਕ ਵਾਰੀ ਫੇਰ ਜਾਗਦੇ ਹੋਣ ਦਾ ਸਬੂਤ ਦਿੱਤਾ ਹੈ। ਇੱਥੋਂ ਤੇ ਅਸੀਂ ਸਾਰੇ ਖੁਸ਼ ਹਾਂ। ਹਾਂਜੀ। ਪਰ ਜਿਹੜਾ ਨਾ ਉਹਨਾਂ ਨੂੰ ਸ਼ਖਸੀਅਤਾਂ ਜਿਨ੍ਹਾਂ ਨੇ ਸੰਘਰਸ਼ ਸ਼ੁਰੂ ਕੀਤਾ, ਉਹਨਾਂ ਨੂੰ ਰੋਲਿਆ ਗਿਆ, ਉਹਨਾਂ ਦੇ ਉਲਟ ਲਿਖਿਆ ਜਾ ਰਿਹਾ ਹੈ ਨਾ। ਹਾਂਜੀ। ਜੇ ਆਪਾਂ ਪਹਿਲੀ ਗੱਲ ਤੇ ਥੋੜੀ ਜਿਹੀ ਗੌਰ ਕਰ ਲਈਏ ਨਾ, ਤੇ ਇੱਥੋਂ ਮਗਰਲੇ ਜਿਹੜੇ ਸਟੈਪ ਨੇ ਉਹ ਕਾਫੀ ਕੁਝ ਕਲੀਅਰ ਹੋ ਜਾਂਦੇ ਨੇ। ਜੇ ਜਿਨ੍ਹਾਂ ਬੰਦਿਆਂ ਨੇ ਮੁੱਢ ਤੋਂ ਲੈ ਕੇ ਸਟਾਰਟਿੰਗ ਦੇ ਵਿੱਚ ਬਿਨਾਂ ਸਲਾਹ ਕਰਨ ਤੋਂ, ਮੈਂ ਪਹਿਲਾਂ ਦੱਸ ਚੁੱਕਾ ਕਿ ਐਲਾਨ ਕਰ ਦਿੱਤਾ, ਉਦੋਂ ਬਾਅਦ ਫਿਰ ਉਹ ਸ਼੍ਰੋਮਣੀ ਕਮੇਟੀ ਨੂੰ ਇਨਵਾਈਟ ਕਰਨ ਚਲੇ ਗਏ। ਇਹਦੇ ਤੇ ਮੈਂ ਟਿੱਪਣੀ ਕੀਤੀ ਸੀ ਉਦੋਂ, ਜਿਹੜੀ ਮੈਂ 27 ਦੱਸਣ ਡਿਆ, ਪਿਛਲੇ ਮਹੀਨੇ ਦੀ 27 ਤਰੀਕ ਨੂੰ ਜੀ, ਕਿ ਦੁਸ਼ਮਣ ਕਿੱਥੋਂ ਤੱਕ ਕਾਮਯਾਬ ਹੋ ਚੁੱਕਾ ਹੈ। ਹਾਂਜੀ। ਕਿ ਤੁਹਾਡਾ ਤੇ ਤੁਸੀਂ ਤਾਂ ਜੇ ਸੈਮੀਨਾਰ ਦੂਜਾ ਸਰਬੱਤ ਖਾਲਸਾ ਕਰਨਾ, ਉਹ ਤੁਹਾਡੇ ਸਰਬੱਤ ਖਾਲਸਾ ਕਰਨ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਸੱਦਾ ਦਵਾ ਚੁੱਕਾ ਹੈ ਜੀ, ਤੇ ਇਹਨੂੰ ਤਾਰਪੀਡੋ ਕਰਨ ਵਿੱਚ ਵੀ ਕਾਮਯਾਬ ਹੋ ਚੁੱਕਾ ਹੈ। ਹਾਲੇ ਤੁਸੀਂ ਤਾਂ ਕਰਨਾ ਹੈ ਜੀ। ਉਹ ਸਫਲਤਾ ਹਾਸਲ ਕਰ ਚੁੱਕਾ ਔਰ ਉਹਦੇ ਵਿੱਚ ਕੋਈ ਦੋ ਰਹਿਮਾ ਨਹੀਂ। ਹਾਂਜੀ। ਠੀਕ। ਹਾਂਜੀ ਹਾਂਜੀ। ਇਹ ਗੱਲ ਵੱਖਰੀ ਹੈ ਕਿ ਜੇ ਹੈਲੋ ਵਿੱਚ ਹੋਰ ਕੁਝ ਚੱਲ ਪਿਆ ਹੁਣ ਜੀ। ਨਹੀਂ ਵੀਰ ਜੀ, ਤੁਹਾਡੀ ਵਿੱਚ ਆਵਾਜ਼ ਕੱਟ ਰਹੀ ਆ। ਹਾਂਜੀ, ਮੈਨੂੰ ਵਿੱਚੋਂ ਕੁਝ ਹੋਰ ਸੁਣਨ ਲੱਗ ਪੈਂਦਾ, ਵਿੱਚੋਂ ਪਤਾ ਨਹੀਂ ਕੀ ਚੱਕਰ ਬਣਦਾ। ਪਰ ਸਾਨੂੰ ਤੁਹਾਡੀ ਆਵਾਜ਼ ਕਲੀਅਰ ਆਉਂਦੀ ਹੈ ਕਿ ਤੁਸੀਂ ਕੀ ਫਲੋ ਦੇ ਵਿੱਚ ਗੱਲ ਕਰਦੇ ਹੋ ਤਾਂ ਆਵਾਜ਼ ਕਲੀਅਰ ਆ ਰਹੀ ਆ। ਅੱਛਾ, ਚਲੋ ਠੀਕ ਹੈ। ਹੁਣ ਗੱਲ ਅਗਲੀ ਕਰਦੇ ਆ ਥੋੜੀ ਜੀ ਕਿ ਜਿਨ੍ਹਾਂ ਬੰਦਿਆਂ ਨੂੰ ਬਦਨਾਮ ਕੀਤਾ ਜਾ ਰਿਹਾ ਉਹਨਾਂ ਨਾਲ ਮੇਰੀ ਡਾਇਰੈਕਟ ਵੀ ਗੱਲ ਹੋਈ। ਪੰਥਪ੍ਰੀਤ ਸਿੰਘ ਹੋਣਾ ਨਾਲ ਮੇਰੀ ਗੱਲ ਹੋਈ ਹੈ। ਹਾਂਜੀ। ਕਿ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕਿਉਂ ਨਹੀਂ ਜਾ ਰਹੇ, ਪਾਰਟੀਸਪੇਟ ਕਿਉਂ ਨਹੀਂ ਕਰ ਰਹੇ। ਉਹਨਾਂ ਨੇ ਮੈਨੂੰ ਸਿੱਧੇ ਲਫ਼ਜ਼ਾਂ 'ਚ ਉਦੋਂ ਦੱਸਿਆ, ਤੁਸੀਂ ਆਨਲਾਈਨ ਉਹਨੂੰ ਲਿਆ ਕੇ ਇੱਥੇ ਮੈਂ ਫੋਨ ਪ੍ਰੋਵਾਈਡ ਕਰਾ ਦਿਆਂਗਾ ਜੀ, ਕਿ ਵੀਰ ਜੀ ਤੁਸੀਂ ਇੱਥੇ ਬੈਠੇ ਹੋ, ਇੱਥੇ ਗਰਾਊਂਡ ਰਿਐਲਿਟੀ ਕੁਝ ਹੋਰ ਹੈ। ਓਕੇ। ਗਰਾਊਂਡ ਰਿਐਲਿਟੀ ਉਹਨਾਂ ਦੱਸਿਆ ਕਿ ਉੱਥੇ ਸਭ ਕੁਝ ਤੈਅ ਹੋ ਚੁੱਕਾ ਹੈ ਪਹਿਲੋਂ, ਹਨਾ ਜੀ। ਜੋ ਕੁਛ ਹੋਣਾ ਉੱਥੇ ਹੋ ਚੁੱਕਾ ਹੈ ਤੈਅ, ਕਿਉਂਕਿ ਉਹ ਬੰਦਿਆਂ ਨੂੰ ਪਹਿਲੋਂ ਹੀ ਜਾਣਦੇ ਸਨ ਕਿ ਇਹ ਉਹੀ ਬੰਦੇ ਨੇ ਜਿਨ੍ਹਾਂ ਨੇ, ਚਲੋ ਦੂਜੀ ਵਾਰੀ ਦਾ ਤਾਂ ਨਹੀਂ, ਪਰ ਭਾਈ ਗੁਰਬਖਸ਼ ਸਿੰਘ ਦਾ ਪਹਿਲਾ ਸੰਘਰਸ਼ ਸੱਚਾ ਸੁੱਚਾ ਸੀ, ਜਦੋਂ ਸਟਾਰਟਿੰਗ ਅਸੀਂ ਤੁਰਿਆ, ਅਸੀਂ ਸਾਰੇ ਉਹਦੇ ਨਾਲ ਜੁੜੇ ਹਾਂ ਜੀ। ਉਹਨੂੰ ਰੋਲਣ ਵਾਲੇ ਬੰਦੇ ਅੱਗੇ ਨੇ। ਓਕੇ। ਇਸ ਕਰਕੇ ਅਸੀਂ ਇਹਦੇ 'ਚ ਜੇ ਕੁਛ ਪਾਰਟੀਸਪੇਟ ਕੀਤਾ ਤੇ ਉਹ ਏਡਾ ਠੀਕ ਨਹੀਂ ਨਾ, ਸਾਡੀ ਮੰਨੀ ਜਾਣੀ ਹੈ ਤਾਂ ਕੋਈ ਮਤਲਬ ਨਹੀਂ ਬਣਦਾ ਉੱਥੇ ਜਾਣ ਦਾ। ਔਰ ਗੱਲ ਉਹ ਵਾਕਈ ਉਹਨਾਂ ਦੀ ਦਰੁਸਤ ਹੋਈ। ਮੈਂ ਆਪ ਵੇਖ ਰਿਹਾ ਸਾਂ ਲਾਈਵ ਉਦਣ ਜੀ। ਉਹ ਸਾਧ ਜਿਨ੍ਹਾਂ ਨੇ ਹੁਣ ਤੱਕ ਕੌਮ ਦਾ ਇੰਨਾ ਨੁਕਸਾਨ ਕੀਤਾ ਹੈ, ਨਾਨਕ ਸ਼ਾਹੀ ਕੈਲੰਡਰ ਕੀ ਕਿੰਨੀ ਕੋਈ ਗੱਲ ਦੱਸੀ ਹੈ, ਗੁਰਬਾਣੀ ਨੂੰ ਛੱਡ ਕੇ ਉਹ ਇਹਦੀਆਂ ਸ਼ਿਵ ਕੁਮਾਰ ਬਟਾਲਵੀ ਦੀਆਂ ਗਜ਼ਲਾਂ ਗਾਉਣ ਵਾਲੇ ਬੰਦੇ ਜੀ, ਉਹ ਇੱਕਦਮ ਸਿਰਫ ਸਟੇਜ ਤੇ ਬਹਿਣ ਕਰਕੇ ਹੀ ਪੰਥਕ ਬਣ ਗਏ
ਤੇ ਜਿਨ੍ਹਾਂ ਨੇ ਲਗਾਤਾਰਤਾ ਨਾਲ ਸਿੱਖ ਸੰਗਤਾਂ ਨੂੰ ਜਗਾਇਆ, ਜਿਨ੍ਹਾਂ ਨੇ ਇਸ ਸੰਘਰਸ਼ ਦੀ ਬੜੀ ਸੁਚੱਜੇ ਢੰਗ ਨਾਲ ਸ਼ੁਰੂਆਤ ਕੀਤੀ, ਹਾਂਜੀ, ਉਹਨਾਂ ਨੂੰ ਸਾਰਿਆਂ ਨੂੰ ਪਿਛਾਂਹ ਸੁੱਟ ਗਏ ਤੇ ਉਹ ਉਹਨਾਂ ਨੂੰ ਈਵਨ ਜਿਹੜੀ ਅਸੀਂ ਕੱਲ ਵੀ ਇੱਥੇ ਸੈਟਲ ਦੇ ਕੋਈ ਸਿੰਘਾਂ ਨੇ ਬਿਆਨ ਦਿੱਤਾ ਬੜਾ ਸ਼ਾਨਦਾਰ, ਹਾਂਜੀ, ਉਹਦੇ ਚ ਉਹਨਾਂ ਮਤਲਬ ਇਸ ਗੱਲ ਨੂੰ ਵੀ ਵਿਸ਼ਾ ਬਣਾਇਆ ਕਿ ਜਿਹੜਾ ਇਹ 2 ਕਰੋੜ ਰੁਪਈਆ ਪਿੱਛੇ ਖਬਰਾਂ ਛਪ ਚੁੱਕੀਆਂ ਨੇ ਮੀਡੀਆ ਵਾਸਤੇ ਵਿੱਚ ਰੱਖਿਆ ਗਿਆ, ਇਹਦੇ ਸੋਸ਼ਲ ਮੀਡੀਆ ਦੇ ਇਸਤੇਮਾਲ ਕਰਨ ਵਾਸਤੇ ਬਾਦਲ ਨੇ ਰੱਖਿਆ ਜੀ, ਇਹ ਬਿਲਕੁਲ ਸਪਸ਼ਟ ਦਿਸ ਰਿਹਾ ਕਿ ਉਹ ਹੁਣ ਕਿੱਥੇ ਇਸਤੇਮਾਲ ਹੋ ਰਿਹਾ। ਹਾਂਜੀ, ਉਹ ਲਗਾਤਾਰਤਾ ਨਾਲ ਉਹਨਾਂ ਜਿਨ੍ਹਾਂ ਨੇ ਕੌਮ ਲਈ ਕੁਝ ਕੀਤਾ, ਸੰਘਰਸ਼ ਨੂੰ ਤੋਰਿਆ, ਉਹਨਾਂ ਨੂੰ ਬਦਨਾਮ ਕਰਨ ਲਈ ਵਰਤਿਆ ਜਾ ਰਿਹਾ। ਹਾਂਜੀ, ਉੱਥੇ ਵੀ ਕੁਝ ਬੰਦਿਆਂ ਨੇ ਟਿੱਪਣੀਆਂ ਕੀਤੀਆਂ ਨੇ ਔਰ ਹੈਰਾਨੀ ਹੋਈ ਆ ਉਹਨਾਂ ਚੋਂ 1-2 ਬੰਦਿਆਂ ਨੇ, ਉਹ ਨੇ ਜਿਨ੍ਹਾਂ ਨੇ ਮਤਲਬ ਭਾਈ ਗੁਰਬਖਸ਼ ਸਿੰਘ ਦੇ ਸੰਘਰਸ਼ ਦੇ ਸਮੇਂ ਮਹੀਨਾ ਪਰ ਹਾਜ਼ਰੀ ਨਹੀਂ ਭਰੀ ਉੱਥੇ। ਹਾਂਜੀ, ਉੱਥੇ ਉਹ ਬੰਦੇ ਵੀ ਸਟੇਜ ਤੇ ਬੈਠੇ ਸਨ ਜਿਨ੍ਹਾਂ ਨੇ ਉਸ ਵਕਤ ਤਾਂ ਇਹ ਗੱਲ ਕਹੀ ਕਿ ਬੋਲ ਸੋ ਧਰਮੜੀਆ ਮੋਨ ਕਤ ਧਾਰੀ ਰਾਮ ਗੁਰਬਾਣੀ ਦੀਆਂ ਪੰਕਤੀਆਂ ਵਰਤ ਕੇ, ਹਾਂਜੀ, ਪਰ ਆਪ ਬਾਪੂ ਸੂਰਤ ਸਿੰਘ ਦੇ ਸੰਘਰਸ਼ ਜਦੋਂ ਸ਼ੁਰੂ ਹੋਇਆ ਉਹਦੇ ਲਾਗੇ ਤੱਕ ਵੀ ਨਹੀਂ ਗਏ। ਉਦੋਂ ਨਹੀਂ ਉਹਨਾਂ ਦੀ ਆਵਾਜ਼ ਚੱਲੀ ਉੱਥੇ, ਪਰ ਉੱਥੇ ਫਿਰ ਮੋਹਰੀ ਸਨ ਉਹ ਜੀ। ਸੋ ਉਹਨਾਂ ਬੰਦਿਆਂ ਦਾ ਜਿਹੜਾ ਕਰਕੇ ਜਿਹੜੀ ਵੱਡੀ ਸੱਟ ਲੱਗੀ ਹੈ ਨਾ ਇਹ ਉਹਨਾਂ ਪ੍ਰਚਾਰਕਾਂ ਨੂੰ, ਤੇ ਹੁਣ ਉਹਨਾਂ ਨੂੰ ਬਦਨਾਮ ਕਰਨ ਦਾ ਮਤਲਬ ਸਿਰਫ ਹੈਗਾ ਕਿ ਉਹ ਬੰਦੇ ਕੌਮ ਦੀ ਸਹੀ ਗੱਲ ਕਰ ਰਹੇ ਨੇ, ਉਹਨਾਂ ਦਾ ਮਨੋਬਲ ਤੋੜਿਆ ਜਾਏ ਜੀ। ਉਹਦੇ ਵਿੱਚ ਕਾਫੀ ਨਿਰਾਸ਼ਤਾ ਵੀ ਭਾਈ ਰਣਜੀਤ ਸਿੰਘ ਉਹਨਾਂ ਦੀ ਜਿਹੜੀ ਵੀਡੀਓ ਸੁਣੀ ਹੈ ਕਿ ਸਾਡਾ ਵੀ ਪੱਖ ਸੁਣੋ, ਹਾਂਜੀ, ਬਹੁਤ ਜ਼ਿਆਦਾ ਦੁੱਖ ਲੱਗਾ ਉਹਨਾਂ ਦੀ ਗੱਲ ਸੁਣ ਕੇ, ਕਿਉਂਕਿ ਉਹ ਆਪ ਸਵੀਕਾਰ ਕਰਦੇ ਨੇ ਕਿ ਜੇ ਮੈਂ ਪਹਿਲੋਂ ਕੁਝ ਗੁਰਬਾਣੀ ਮੁਤਾਬਕ ਨਹੀਂ ਕਹਿ ਸਕਿਆ ਤਾਂ ਮੇਰੀ ਉਮਰ ਦਾ ਤਕਾਜ਼ਾ ਵੀ ਸੀ, ਔਰ ਦੂਜਾ ਮੇਰਾ ਲੱਗ ਲੈਣਾ ਜਿਹੜਾ ਸਾਰਾ ਸੀਗਾ ਸਿੱਖਣ ਦਾ, ਸਾਰਾ ਕੁਝ ਰਹਿਣੀ ਬਹਿਣੀ ਸਾਰੀ ਪਹਿਲੋਂ ਸਾਧਾ ਨਾਲ ਸੀ, ਇਸ ਕਰਕੇ ਮੈਂ ਉਦੋਂ ਬੱਚਾ ਸਾਂ, ਨਹੀਂ ਸਾਂ ਅਜੇ ਸਟਿਲ ਵੀ ਉਹ ਮੰਨਦੇ ਨੇ ਇਸ ਗੱਲ ਨੂੰ ਕਿ ਮੇਰੀ 31 ਸਾਲ 32 ਸਾਲ ਉਮਰ ਹੈ। ਹਾਂਜੀ, ਫਿਰ ਵੀ ਮੈਂ ਜੋ ਮੇਰੇ ਕੋਲ ਹੋ ਸਕਦਾ ਵਧੀਆ ਕਰਨਾ, ਮੈਨੂੰ ਦੱਸੋ ਜਿੱਥੇ ਮੇਰੇ ਕਮੀਆਂ, ਔਰ ਵਾਕਿਆ ਹੀ ਕੋਈ ਸ਼ੱਕ ਨਹੀਂ ਹੁਣ ਤੋਂ ਉਹਨਾਂ ਦਾ ਜਿਹੜਾ ਕੰਮ ਸੀਗਾ ਕਰਨ ਦਾ ਢੰਗ ਸੀ ਬਹੁਤ ਸੋਹਣਾ, ਬਹੁਤ ਵਧੀਆ ਢੰਗ ਨਾਲ ਉਹ ਸਾਰੀ ਗੱਲ ਨੂੰ ਹਰ ਇਸ਼ੂ ਨੂੰ ਛੂੰਹਦੇ ਨੇ ਔਰ ਬੜੇ ਸੁਚੱਜੇ ਢੰਗ ਨਾਲ ਐਕਸਪਲੇਨ ਕਰਦੇ ਨੇ। ਪਰ ਹੁਣ ਉਹਨਾਂ ਦਾ ਕਿੰਨਾ ਮਨੋਬਲ ਤੋੜਿਆ ਇਹਨਾਂ ਲੋਕਾਂ ਨੇ ਉਹ ਹੁਣ ਤੁਹਾਡੇ ਸਾਹਮਣੇ ਆ ਜੀ। ਸੋ ਜਿਹੜੀ ਨਾ ਗੱਲ ਮੈਂ ਇਸ ਤੋਂ ਥੋੜੀ ਜਿਹੀ ਅਗਲੀ ਕਰਾਂ ਹਨਾ, ਹਾਂਜੀ, ਕਿ ਅਸੀਂ ਬਹੁਤਾਤ ਇਸ ਪਾਸੇ ਨੂੰ ਤੁਰ ਪਏ ਨੇ ਨੁਕਤਾਚੀਨੀ ਕਰਨ ਨੂੰ। ਮੈਂ ਕਈ ਵਾਰੀ ਫੇਸਬੁੱਕ ਤੇ ਵੀ ਇਦਾਂ ਦਾ ਕਮੈਂਟ ਕਰਨ ਵਾਲੇ ਬੰਦਿਆਂ ਨੂੰ ਲਿਖਿਆ ਕਿ ਤੁਹਾਡੇ ਹਿਸਾਬ ਨਾਲ ਸੁਝਾਅ ਲਿਖੋ ਹੋਣਾ ਕੀ ਚਾਹੀਦਾ, ਹਾਂਜੀ, ਤੇ ਫਿਰ ਕੋਈ ਜਵਾਬ ਨਹੀਂ ਹੁੰਦਾ। ਓਕੇ ਜੀ, ਮਸਲਾ ਇਹ ਹੈ ਵੀ ਜੇ ਅਸੀਂ ਇਸ ਪਾਸੇ ਨੂੰ ਤੁਰੀਏ, ਜੇ ਅਸੀਂ ਜਿੱਦਾਂ ਤੁਹਾਨੂੰ ਮਤਲਬ ਤੁਸੀਂ ਦੱਸਿਆ ਹੀ ਹੈ ਕਿ ਏਦਾਂ ਉਹਨਾਂ ਨੂੰ ਭੰਡੀ ਪ੍ਰਚਾਰ ਲਗਾਤਾਰ ਨਾਲ ਕੀਤਾ ਜਾ ਰਿਹਾ, ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹਨਾ, ਹਾਂਜੀ, ਪਰ ਜੇ ਇਹੋ ਹੀ ਬੰਦਿਆਂ ਨੂੰ ਅਸੀਂ ਇਸ ਪਾਸੇ ਨੂੰ ਤੋਰੀਏ ਕਿ ਹੋਣਾ ਕੀ ਚਾਹੀਦਾ, ਤੇ ਸ਼ਾਇਦ ਜੇ ਅਗਲਾ ਸੈਮੀਨਾਰ ਜਿਹੜਾ ਅਗਲਾ ਸਰਬੱਤ ਖਾਲਸਾ ਕਹਿੰਦੇ ਨੇ ਜੇ ਹੋਣਾ ਜੇ ਹੋ ਜੇ ਹਨਾ, ਹਾਂਜੀ, ਤੇ ਉਹਨੂੰ ਅਸੀਂ ਕਿਵੇਂ ਠੀਕ ਢੰਗ ਨਾਲ ਸਿਰੇ ਚਾੜ ਸਕਦੇ ਹਾਂ, ਇਹਦੇ ਵਾਸਤੇ ਮੈਂ 2-3 ਗੱਲਾਂ ਜ਼ਰੂਰ ਕਹਿਣੀਆਂ ਚਾਹਾਂਗਾ ਜੀ। ਕਿ ਜੋ ਪਿਛਾਂਹ ਹੋ ਗਿਆ ਠੀਕ ਹੈ, ਤੁਸੀਂ ਉੱਥੇ ਕਈਆਂ ਨੇ ਲੈ ਸਾਨੂੰ ਨਹੀਂ, ਵੇਖੋ ਜੀ ਸਾਨੂੰ ਹਥਿਆਰਾਂ ਨਾਲ ਵੀ ਨਹੀਂ, ਸਾਨੂੰ ਇੰਨਾ ਨਰਮ ਨਹੀਂ ਚਾਹੀਦਾ, ਹਾਂਜੀ। ਮੈਂ ਥੋੜੀ ਜਿਹੀ ਗੱਲ ਉੱਥੇ ਹੋਰ ਕਰ ਜਾਵਾਂ, 1 ਸਕਿੰਟ 2 ਸਕਿੰਟ ਹੋਰ ਉੱਥੇ 3 ਸਕਿੰਟ ਜੀ, ਕਿ ਦੇਖੋ ਅਸੀਂ ਹਥਿਆਰਬੰਦ ਸੰਘਰਸ਼ ਲੜ ਕੇ ਵੇਖ ਲਿਆ, ਹਾਂਜੀ, ਸਾਡੇ ਸਾਰਿਆਂ ਦੇ ਸਾਹਮਣੇ ਹੈ ਉਹਦਾ ਨੁਕਸਾਨ, ਉਹਦੇ ਤੇ ਕਿੰਨਾ ਕੁਛ ਉਹੀ ਮੇਰੇ ਖਿਆਲ ਕਿਸੇ ਨੂੰ ਕੋਈ ਲੋਕ ਇਸ ਗੱਲ ਦਾ ਕੋਈ ਲਾ ਨਹੀਂ ਹੋਣਾ ਹਨਾ, ਹਾਂਜੀ। ਤੇ ਦੂਜੇ ਪਾਸੇ ਜਿਹੜੇ ਸਾਡੇ ਤੇ ਅੱਜ ਰਾਜ ਕਰ ਰਹੇ ਨੇ, ਹਾਂਜੀ, ਝਾਤੀ ਮਾਰੋ ਉਹਨਾਂ ਨੇ ਕੋਈ ਹਥਿਆਰਬੰਦ ਸੰਘਰਸ਼ ਲੜਿਆ? ਇਹ ਇੱਕ ਛੋਟੀ ਜਿਹੀ ਐਗਜ਼ਾਮਪਲ ਹੀ ਲੈ ਲਓ, ਇੱਕ ਹੀ ਬੰਦਾ ਉੱਠਿਆ ਕੇਜਰੀਵਾਲ ਹਨਾ, ਉਹਨੇ ਕਿਹੜਾ ਸੰਘਰਸ਼ ਲੜਿਆ ਹਥਿਆਰਬੰਦ, ਕਿੱਦਾਂ ਉਹਨੇ ਆਰਗੇਨਾਈਜ਼ ਕਰ ਲਿਆ ਜੀ। ਅੱਜ ਸਮਾਂ ਮੰਗ ਕਰਦਾ ਕਿ ਸਿਰ ਕੋਲੋਂ ਕੰਮ ਲਓ ਨਾ ਕਿ ਸਿਰ ਦਿਓ ਹਨਾ, ਤੇ ਜੇ ਇਸ ਢੰਗ ਨਾਲ ਬੰਦੇ ਤੁਰੇ ਸਨ ਤੇ ਸਾਡਾ ਫਰਜ਼ ਬਣਦਾ ਸੀ ਉਹਨਾਂ ਦਾ ਸਾਥ ਦੇਣ ਦਾ, ਹਾਂਜੀ, ਤੇ ਤਾਂ ਕਿ ਇਹਨੂੰ ਪ੍ਰੋਪਰ ਢੰਗ ਨਾਲ ਤੁਰਿਆ ਜਾਂਦਾ, ਬੱਚੇ ਨਾ ਮਰਦੇ। ਅਗਲਿਆਂ ਦਾ ਪੂਰਾ ਟਿਲ ਲੱਗਾ ਪਿਆ ਵੀ ਕਿਸੇ ਤਰ੍ਹਾਂ ਫਸਾਦ ਹੋਣ, ਕਿਉਂਕਿ ਉਹ ਫਸਾਦ ਵਿੱਚੋਂ 3 ਵੱਡੀਆਂ ਜਿੱਤਾਂ ਪਹਿਲਾਂ ਹਾਸਲ ਕਰ ਚੁੱਕੇ ਨੇ, ਹਾਂਜੀ। 84 ਵਾਲਾ ਫਸਾਦ ਕਰਾ ਕੇ ਇੰਦਰਾ ਗਾਂਧੀ ਜਿੱਤ ਚੁੱਕੀ ਹੈ, 2002 ਵਾਲਾ ਕਰਾ ਕੇ ਮੋਦੀ ਜਿੱਤ ਚੁੱਕਾ ਹੈ, ਉਸ ਤੋਂ ਬਾਅਦ ਜਲੰਧਰ ਵਿੱਚ ਉਹ ਰਾਮਪੁਰ ਖੇੜਕੀ ਉਹਦਾ ਸੀਗਾ ਦੂਜਾ ਸਾਧ ਜਿਹੜਾ ਮੈਨੂੰ ਚੇਤਾ ਭੁੱਲ ਗਿਆ ਪਿੰਡ ਦਾ ਹੁਣ ਜੀ, ਜਿਹੜਾ ਉਹ ਮਰਿਆ, ਤੇ 3 ਦਿਨ ਲਗਾਤਾਰ ਜਲੰਧਰ ਦੇ ਏਰੀਏ ਵਿੱਚ ਸਾੜ ਫੂਕ ਚੱਲਦੀ ਰਹੀ, ਹਾਂਜੀ। ਉਹਦੇ ਵਿੱਚੋਂ ਬਾਦਲ ਸਾਰੀਆਂ ਜਲੰਧਰ ਵਾਲੀਆਂ ਸੀਟਾਂ ਕੱਢ ਚੁੱਕਾ ਹੈ ਜੀ। ਹੁਣ ਵੀ ਉਹਨਾਂ ਦਾ ਪਲਾਨ ਇਹੋ ਹੀ ਹੈ ਕਿ ਕਿਸੇ ਤਰ੍ਹਾਂ ਦੰਗੇ ਫੈਲਣ, ਔਰ ਹਰ ਢੰਗ ਉਹ ਅਪਣਾ ਰਹੇ ਨੇ ਕਿ ਕਿਸੇ ਤਰ੍ਹਾਂ ਲੜਨ ਲੋਕ ਆਪਸ ਵਿੱਚ। ਪਰ ਲੋਕਾਂ ਨੇ ਜਿਹੜਾ ਨਹੀਂ ਐਤਕਾਂ ਇਹ ਕੰਮ ਕੀਤਾ, ਹਾਂਜੀ, ਉਹ ਇਸੇ ਕਰਕੇ ਨਹੀਂ ਕੀਤਾ ਕਿ ਉਹ ਭਾਈ ਪੰਥਪ੍ਰੀਤ ਸਿੰਘ ਹੋਣੀ ਜਿਹੜੇ ਇਹ ਗਰੁੱਪ ਪ੍ਰਚਾਰਕ ਸ਼੍ਰੇਣੀ ਸੀਗੀ ਸਾਰੇ, ਸਰਬਜੀਤ ਸਿੰਘ ਤੁੰਦਾ ਜਾਂ ਇਹ ਹਰਜਿੰਦਰ ਸਿੰਘ ਮਾਝੀ
ਤੇ ਭਾਈ ਰਣਜੀਤ ਸਿੰਘ, ਇਹ ਜਿਹੜੇ ਪ੍ਰੋਪਰ ਢੰਗ ਨਾਲ ਲੈ ਕੇ ਤੁਰੇ ਸਨ ਸੰਘਰਸ਼ ਨੂੰ, ਉਹਨਾਂ ਦੀ ਬਦੌਲਤ ਹੀ ਉਹ ਦੰਗਿਆਂ ਤੱਕ ਨਹੀਂ ਗੱਲ ਨੂੰ ਪਹੁੰਚਾ ਸਕੇ। ਇਹ ਇੱਕ ਬੜਾ ਵਧੀਆ ਸਟੈਪ ਹੋਇਆ। ਤੇ ਮੈਂ ਉਹਨਾਂ ਵੀਰਾਂ ਨੂੰ ਜਿਹੜੇ ਜਾਣੇ ਪਤਾ ਨਹੀਂ ਔਨ ਪਰਪਸ ਕਹਿ ਰਹੇ ਨੇ ਕਿ ਜਾਂ ਉਹਨਾਂ ਦੇ ਪਿੱਛੇ ਕੋਈ ਕਾਰਨ ਹੈ, ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਸੰਘਰਸ਼ ਹਥਿਆਰਬੰਦ ਚ ਹੀ ਨੁਕਸਾਨ ਖਾ ਚੁੱਕੇ ਆ। ਹਾਂਜੀ, ਇਹ ਹੁਣ ਦੁਬਾਰਾ ਥੋੜਾ ਸੰਭਲ ਕੇ ਸੋਚ ਕੇ ਸਿਰ ਦੇਣ ਦੀ ਲੋੜ ਨਹੀਂ, ਹੁਣ ਸਿਰ ਵਰਤਣ ਦੀ ਲੋੜ ਹੈ। ਅਕਸਰ ਹਰ ਬੁਲਾਰਾ ਤੇ ਹਰ ਸੂਝਵਾਨ ਬੰਦਾ ਹੁਣ ਕਹਿ ਰਿਹਾ ਤਾਂ ਉਹ ਉਹਨਾਂ ਨੂੰ ਵੀ ਸੁਣ ਕੇ ਵੇਖੀਏ। ਬਿਲਕੁਲ ਜੀ। ਅੱਛਾ, ਅਗਲੀ ਗੱਲ ਸੀ ਕਿ ਜੇ ਹੁਣ ਅਸੀਂ ਕਰਨਾ ਅੱਗੋਂ ਤੇ ਦਾ ਸੁਝਾਅ ਇਕੱਠੇ ਕੀਤੇ ਜਾਣ, ਉਹ ਮਤਲਬ ਹੋਣਾ ਕੀ ਚਾਹੀਦਾ? ਹਾਂਜੀ, ਜੇ ਇੱਕ ਕੰਮ ਕਰੀਏ ਨਾ ਅਸੀਂ, ਜਿਹੜੇ ਜਾਂ ਤਾਂ ਉਹਨੂੰ ਸਟੇਟ ਬਾਈ ਸਟੇਟ ਸੈਮੀਨਾਰ ਹੋਣ, ਉਹਨਾਂ ਸੈਮੀਨਾਰਾਂ ਦੇ ਵਿੱਚ ਜਿਹੜੇ ਬੁਲਾਰੇ ਬੋਲਣ ਵਾਲੇ ਹੋਣ, ਉਹਨਾਂ ਤੇ ਇੱਕ ਸ਼ਰਤ ਹੋਵੇ ਕਿ ਤੁਸੀਂ ਆਪਣੇ ਸੁਝਾਅ ਲਿਖ ਕੇ ਲਿਆਉਣੇ ਨੇ ਜਾਂ ਆਪਣੇ ਮਤੇ ਲਿਖ ਕੇ ਲਿਆਉਣੇ ਨੇ। ਹਾਂਜੀ, ਨਾ ਕਿ ਤੁਸੀਂ ਕੋਈ ਸਪੀਚ ਦੇਣੀ ਹੈ। ਸਪੀਚ ਤੋਂ ਅਸੀਂ ਅੱਕ ਚੁੱਕੇ ਹਾਂ, ਸਾਨੂੰ ਪਤਾ ਹੈ ਕਿ ਤੁਸੀਂ ਸਪੀਚ ਕਰ ਸਕਦੇ ਹੋ, ਤੁਸੀਂ ਸੋਹਣੇ ਬੁਲਾਰੇ ਹੋ, ਚੰਗੀ ਗੱਲ ਹੈ, ਪਰ ਤੁਸੀਂ ਕਰਨਾ ਕੀ ਚਾਹੁੰਦੇ ਹੋ, ਤੁਹਾਡੀ ਪਲਾਨ ਕੀ ਹੈ, ਉਹ ਲਿਖ ਕੇ ਲਿਆਓ। ਉਹ ਮਤੇ ਪੜ੍ਹੋ ਆਪਣੇ ਆਣ ਕੇ ਜੀ। ਜੇ ਸਟੇਟ ਵਾਈ ਹੋਣ ਤੇ ਉਹ ਜ਼ਿਆਦਾ ਬਿਹਤਰ ਰਹੇਗੀ ਗੱਲ। ਉੱਥੋਂ ਉਹਨਾਂ ਦੀ ਵੀਡੀਓਗ੍ਰਾਫੀ ਜ਼ਰੂਰ ਹੋਵੇ। ਇੱਕ ਤਾਂ ਉਹ ਇਤਿਹਾਸ ਸੰਭਾਲਿਆ ਜਾਏਗਾ, ਹਾਂਜੀ, ਕਿਹੜੇ ਬੰਦੇ ਨੇ ਕੀ ਕਿਹਾ, ਹਾਂਜੀ, ਕਿਹੜੇ ਬੰਦੇ ਨੇ ਕਿਹੜਾ ਸੁਝਾਅ ਦਿੱਤਾ ਜੀ, ਕਿਹੜੇ ਬੰਦੇ ਨੇ ਕਿਹੜਾ ਮਤਾ ਲਿਆਂਦਾ, ਹਾਂਜੀ। ਇੱਕ ਤਾਂ ਇਹ ਰਹੇਗੀ ਗੱਲ। ਦੂਸਰਾ, ਜੇ ਮੈਂ ਇਹ ਸੋਚਣਾ ਕਿ ਜੇ ਮਤਾ ਪੜ੍ਹਨ ਲੱਗਾ ਨਾ ਕੋਈ ਬੰਦਾ ਤੇ ਇੱਕ ਨੇ ਪੜ੍ਹ ਲਿਆ, ਦੂਜੇ ਦਾ ਵੀ ਉਹੀ ਲਿਖਿਆ, ਤੇ ਉਹ ਦੂਸਰਾ ਬੰਦਾ ਜਿਹੜਾ ਉਹ ਇਹ ਜ਼ਰੂਰ ਕਹੇ ਕਿ ਮੈਂ ਇਸ ਮਤੇ ਨਾਲ ਸਹਿਮਤ ਹਾਂ ਜਾਂ ਮੈਂ ਇਸ ਨਾਲ ਨਹੀਂ ਸਹਿਮਤ, ਉੱਥੇ ਕਹੇ ਸਟੇਜ ਤੇ। ਕਿਉਂਕਿ ਇਹ ਗੱਲ ਕਹਿਣ ਨਾਲ ਉਸ ਲੀਡਰ ਦੀ ਪਹਿਚਾਣ ਵੀ ਹੋਏਗੀ ਕਿ ਕਿੱਥੇ ਖੜਾ ਹੈ ਜੀ। ਬਹੁਤਾਤ ਮੇਰੇ ਵਰਗੇ ਜਿਹੜੇ ਨੇ ਨਾ ਲੀਡਰ ਬਣੇ, ਸਦਾ ਬਹਾਰ ਲੀਡਰ ਮੈਂ ਇਹਨਾਂ ਨੂੰ ਕਹਿਣਾ ਹੁੰਦਾ, ਹਾਂਜੀ, ਇਹਨਾਂ ਨੇ ਯੂਬਾ ਸਿਟੀ ਦੇ ਮੇਲੇ ਦੇ ਵਿੱਚ ਕੈਲੀਫੋਰਨੀਆ ਵੱਲੋਂ ਗੁਰਦੁਆਰਿਆਂ ਦੇ ਕਾਫੀ 40-45 ਗੁਰਦੁਆਰਿਆਂ ਨੂੰ ਪਾਏ ਹੋਏ ਸਾਰੇ ਦੇ ਸਾਰੇ ਮਤੇ ਰੋਲ ਦਿੱਤੇ ਨੇ ਉੱਥੇ, ਤੇ ਇੱਕੋ ਇੱਕ ਕੱਢਿਆ ਵਿੱਚੋਂ। ਤੇ ਇਹ ਇੱਕ ਗਲਤ ਗੱਲ ਸੀ। ਜੇ ਉਹਦੀ ਵੀਡੀਓਗ੍ਰਾਫੀ ਹੁੰਦੀ ਤੇ ਇਹ ਪਹਿਲੀ ਗੱਲ ਤੇ ਇਹਨਾਂ ਨੂੰ ਇਹ ਪਤਾ ਹੋਣਾ ਸੀ ਕਿ ਮੈਂ ਇਸ ਮਤੇ ਨੂੰ ਮੈਂ ਸਹਿਮਤੀ ਨਹੀਂ ਮੇਰੀ, ਜਾਂ ਇਹਦੇ ਨਾਲ ਮੇਰੀ ਸਹਿਮਤੀ ਹੈ, ਤਾਂ ਕਿ ਬਾਹਰ ਲੋਕਾਂ ਨੂੰ ਵੀ ਵੀਡੀਓਗ੍ਰਾਫੀ ਹੋਣ ਤੋਂ ਬਾਅਦ ਲੋਕਾਂ ਨੂੰ ਵੀ ਪਤਾ ਲੱਗਦਾ ਵੀ ਕਿਹੜੇ ਬੰਦੇ ਨੇ ਕਿਸ ਮਤੇ ਨੂੰ ਰੋਲਿਆ, ਕਿਸ ਮਤੇ ਦਾ ਸਮਰਥਨ ਕੀਤਾ। ਜੀ ਵੀਰ ਜੀ, ਪਰ ਜਿਸ ਤਰ੍ਹਾਂ TV 84 ਨੇ ਜਿਹੜੇ ਹੋਏ ਸੀਗੇ, ਕਾਨਫਰੰਸ ਹੋਈ ਸੀ, ਉਸਨੂੰ ਬਿਲਕੁਲ ਲਾਈਵ ਕਵਰ ਕੀਤਾ ਹੈਗਾ। ਸਾਡੇ ਕੋਲ ਉਸਦੀਆਂ ਬੈਕਅਪ ਵੀਡੀਓਜ਼ ਵੀ ਹੈਗੀਆਂ ਫਿਊਚਰ ਦੇ ਵਿੱਚ ਟਾਈਮ ਦੇ ਲਈ ਸਾਡੀ ਵਰਤੋਂ ਕਰਨ ਦੇ ਲਈ। ਸੋ ਆਈ ਡੋਨਟ ਨੋ, ਆਮ ਸੋ ਸੌਰੀ, ਕਿਉਂਕਿ ਟਾਈਮ ਦੇ ਸਾਡੇ ਬਹੁਤ ਘੱਟ ਹੈਗਾ ਇਸ ਵੇਲੇ। ਆਮ ਸੌਰੀ ਟੂ ਕੱਟ ਯੂ ਆਫ, ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਯੂ ਨੋ ਯੂ ਆਰ ਰਾਈਟ ਕਿ ਕਿਸ ਤਰ੍ਹਾਂ ਤੁਸੀਂ ਸਮਝਾਇਆ ਸਾਨੂੰ ਕਿ ਇਸ ਵੇਲੇ ਕਾਫੀ ਗਲਤੀਆਂ ਹੋ ਚੁੱਕੀਆਂ ਨੇ, ਪਰ ਯੂ ਹੈਵ ਟੂ ਅੰਡਰਸਟੈਂਡ ਕਿ ਕਾਫੀ ਸ਼ੋਰਟ ਟਰਮ ਦੇ ਵਿੱਚ, ਥੋੜੇ ਟਾਈਮ ਦੇ ਵਿੱਚ ਇਹ ਸਾਰੇ ਸਲਾਹ ਮਸ਼ਵਰਾ ਕਰਨਾ ਜਾਂ ਮਤੇ ਪਾਸ ਕਰਨੇ, ਇਟ ਵਾਸ ਨਾਟ ਵੈਰੀ ਈਜ਼ੀ ਫॉर them। ਪਰ ਆਈ ਨੋ ਕਿ ਐਪਲ ਦੇ ਵਿੱਚ ਜਿਹੜਾ ਹੋਏਗਾ ਸਰਬੱਤ ਖਾਲਸਾ, ਉਸ ਦੇ ਵਿੱਚ ਜਿੰਨੀਆਂ ਵੀ ਸਾਨੂੰ ਪ੍ਰੋਬਲਮ ਹੈਗੀਆਂ ਸੀਆਂ, ਉਸ ਵੀ ਕੁਡ ਮੇਕ ਇਟ ਬੈਟਰ, ਐਂਡ ਆਫ ਕੋਰਸ ਅਸੀਂ ਇਸ ਨੂੰ ਪ੍ਰੈਜ਼ੈਂਟ ਕਰ ਸਕਦੇ ਹਾਂ ਐਪਲ ਦੇ ਵਿੱਚ। ਸੋ ਥੈਂਕ ਯੂ ਸੋ ਮਚ ਕਿ ਤੁਸੀਂ ਐਟਲੀਸਟ ਇਹ ਵੀ ਸਾਨੂੰ ਦੱਸਿਆ ਕਿ ਇਹਨਾਂ ਨੂੰ ਬਦਨਾਮ ਕਿਉਂ ਕੀਤਾ ਜਾ ਰਿਹਾ ਤੇ ਕਿਉਂ ਕੀਤਾ ਜਾ ਰਿਹਾ ਤੇ ਕਿਵੇਂ ਕੀਤਾ ਜਾ ਰਿਹਾ। ਸਾਡੇ ਵੀਰ ਪੰਥ ਵੀਰ ਜੀ ਨੂੰ ਤੇ ਪੰਥਪ੍ਰੀਤ ਜੀ ਨੂੰ ਤੇ ਜਾਂ ਢੰਡਰੀਆਂ ਵਾਲਿਆਂ ਨੂੰ ਬਦਨਾਮ ਕੀਤਾ ਜਾ ਰਿਹਾ ਇਸ ਸਭ ਦੇ ਵਿੱਚ। ਸੋ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਜਿਹੜਾ ਇੱਕ ਮੁੱਦਾ ਸੀਗਾ ਉਸ ਦੇ ਵਿੱਚ ਕਾਫੀ ਸਾਰੀ ਸਾਨੂੰ ਜਾਣਕਾਰੀ ਦਿੱਤੀ, ਪਰ ਟਾਈਮ ਇੰਨਾ ਸਾਨੂੰ ਇਜਾਜ਼ਤ ਨਹੀਂ ਦਿੰਦਾ, ਤੇ ਇਸ ਦੇ ਨਾਲ ਤੁਹਾਡੇ ਕੋਲ ਅਸੀਂ ਹੁਣ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਧੰਨਵਾਦ ਵੀਰ।